ਨਮਸਕਾਰ ਪਿਆਰੇ ਵਿਦਿਆਰਥੀਓ, ਮੈਂ ਸਟੀਫਨ ਅਤੇ ਸੁਖਦੀਪ ਸਿੰਘ ਅੱਜ ਦੀ ਇਸ ਇੰਡਸਟਰੀਅਲ ਵਿਜ਼ਿਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦੀ ਇਸ ਇੰਡਸਟਰੀਅਲ ਵਿਜ਼ਿਟ ਦੇ ਵਿੱਚ ਅਸੀਂ ਹੋਟਲ ਦੇ ਹਾਊਸਕੀਪਿੰਗ ਡਿਪਾਰਟਮੈਂਟ ਅਤੇ ਬੇਸਿਕ ਐਟੀਕੇਟਸ ਅਤੇ ਮੈਨਰਸ ਦੇ ਬਾਰੇ ਗੱਲ ਕਰਾਂਗੇ। ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਹੋਟਲ ਦੇ ਵਿੱਚ ਜੋ ਬੇਸਿਕ ਐਟੀਕੇਟਸ ਹੈ ਅਤੇ ਮੈਨਰਸ ਹੈ ਉਹਨਾਂ ਦੇ ਬਾਰੇ ਅਸੀਂ ਮਿਸਟਰ ਸੁਖਦੀਪ ਸਿੰਘ ਜੀ ਦੇ ਕੋਲੋਂ ਜਾਣਾਂਗੇ। ਆਓ ਇਸ ਜਾਣਕਾਰੀ ਦੀ ਸ਼ੁਰੂਆਤ ਅਸੀਂ ਸੁਖਦੀਪ ਸਿੰਘ ਜੀ ਦੇ ਨਾਲ ਮਿਲ ਕੇ ਕਰਾਂਗੇ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਹੋਟਲ ਇੰਡਸਟਰੀ ਬਾਰੇ ਜਾਂ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਕਿਹੜੇ ਐਟੀਕੇਟਸ, ਮੈਨਰਸ ਅਤੇ ਹਾਊਸਕੀਪਿੰਗ ਦੇ ਕਿਹੜੇ ਕੰਮ ਹੁੰਦੇ ਨੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਰਿਸੈਪਸ਼ਨ ਤੇ ਫਰੰਟ ਡੈਸਕ। ਜਦੋਂ ਵੀ ਆਪਾਂ ਕਿਸੇ ਹੋਟਲ ਇੰਡਸਟਰੀ ਦੇ ਵਿੱਚ ਇੰਟਰ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਡੀਲ ਕਰਨਾ ਹੁੰਦਾ ਵਾ ਫਰੰਟ ਆਫਿਸ ਦੇ ਨਾਲ। ਸੋ ਫਰੰਟ ਆਫਿਸ ਦੇ ਉੱਪਰ ਆਪਾਂ ਕਿਹੜੇ ਐਟੀਕੇਟਸ ਰੱਖਣੇ ਨੇ, ਕਿਹੜੇ ਮੈਨਰਸ ਰੱਖਣੇ ਨੇ, ਕਿਹੜੇ ਆਪਾਂ ਗੱਲਬਾਤ ਫਰੰਟ ਆਫਿਸ ਤੇ ਜਾ ਕੇ ਕਰ ਸਕਦੇ ਹਾਂ। ਆਓ ਆਪਾਂ ਕਰਦੇ ਹਾਂ ਸਟਾਰਟ ਉਹਦੇ ਨਾਲ। ਸੋ ਐਟੀਕੇਟਸ ਮਤਲਬ ਸਿਸ਼ਟਾਚਾਰ, ਕਿਹੜੇ ਸਿਸ਼ਟਾਚਾਰ ਆਪਾਂ ਵਰਤ ਸਕਦੇ ਹਾਂ ਜਦੋਂ ਆਪਾਂ ਰਿਸੈਪਸ਼ਨ ਤੇ ਆਣ ਕੇ ਗੱਲ ਕਰਨੀ ਆ। ਕਿਹੜੇ ਮੈਨਰਸ ਹੁੰਦੇ ਨੇ। ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤੇ ਸਿਸ਼ਟਾਚਾਰ ਦੀ, ਐਟੀਕੇਟਸ ਦੀ। ਸਿਸ਼ਟਾਚਾਰ ਕਿਵੇਂ ਦਾ ਹੋਣਾ ਚਾਹੀਦਾ, ਐਟੀਕੇਟਸ ਕਿਵੇਂ ਦੇ ਹੋਣੇ ਚਾਹੀਦੇ ਨੇ, ਮੈਨਰਸ ਕਿਵੇਂ ਦੇ ਹੋਣੇ ਚਾਹੀਦੇ ਨੇ। ਜਦੋਂ ਵੀ ਤੁਸੀਂ ਕੋਈ ਵੀ ਆਪਣਾ ਕੰਮ ਕਰਦੇ ਹੋ, ਸਭ ਦੇ ਵਿੱਚ ਹਰ ਇੱਕ ਇੰਡਸਟਰੀ ਦੇ ਵਿੱਚ ਹਰ ਇੱਕ ਐਟੀਕੇਟਸ, ਮੈਨਰਸ ਤੁਹਾਡੇ ਜਿਹੜੇ ਨੇ ਬੜੇ ਇੰਪੋਰਟੈਂਟ ਨੇ। ਸੋ ਜਦੋਂ ਵੀ ਤੁਸੀਂ ਆਪਣਾ ਕੋਈ ਵੀ ਕੰਮ ਕਰਦੇ ਹੋ, ਤੁਹਾਡੇ ਜਿਹੜੇ ਸੀਨੀਅਰਸ ਨੇ, ਮੈਨੇਜਰਸ ਨੇ ਜਾਂ ਸਟਾਫ ਮੈਂਬਰਸ, ਕਲੀਗਸ ਨੇ, ਉਹ ਸਾਰੇ ਜੱਜ ਕਰਦੇ ਨੇ ਤੁਹਾਡੇ ਐਟੀਕੇਟਸ ਨੂੰ, ਮੈਨਰਸ ਨੂੰ, ਤੁਹਾਡੇ ਕੰਮ ਕਰਨ ਦੇ ਤਰੀਕੇ ਨੂੰ। ਸੋ ਸਿਸ਼ਟਾਚਾਰ ਦੇ ਤਰੀਕੇ, ਖੜੇ ਹੋਣਾ, ਤੁਸੀਂ ਕਿਹੜੇ ਪੋਸਚਰ ਦੇ ਵਿੱਚ ਖੜੇ ਹੋ ਰਹੇ ਹੋ, ਠੀਕ ਹੈ। ਤੁਰਨ ਦਾ ਤੌਰ ਤਰੀਕਾ ਤੁਹਾਡਾ ਕੀ ਹੈ, ਕੰਮ ਦਾ ਕਰਨ ਦਾ ਬਿਹੇਵ ਕੀ ਹੈ। ਜਦੋਂ ਤੁਸੀਂ ਸੋਸ਼ਲ ਜਾਂ ਪ੍ਰੋਫੈਸ਼ਨਲ ਤੌਰ ਤੇ ਕੋਈ ਵੀ ਕੰਮ ਕਰਦੇ ਹੋ, ਠੀਕ ਹੈ, ਤੁਹਾਨੂੰ ਲੋਕੀ ਉਦੋਂ ਜੱਜ ਕਰ ਲੈਂਦੇ ਆ ਜੇ ਤੁਸੀਂ ਇੱਕ ਵਧੀਆ ਐਟੀਕੇਟਸ ਦੇ ਨਾਲ, ਇੱਕ ਵਧੀਆ ਮੈਨਰਸ ਦੇ ਨਾਲ ਆਪਣਾ ਕੰਮ ਕਰਦੇ ਹੋ ਤੇ ਤੁਹਾਡੀ ਇੱਕ ਵੱਖਰੀ ਜਿਹੜੀ ਪਰਸਨ ਦੀ ਪਹਿਚਾਣ ਹੈ ਉਹ ਬਣ ਜਾਂਦੀ ਆ। ਤੁਸੀਂ ਫਿਰ ਉਹ ਆਪਣੇ ਐਟੀਕੇਟਸ ਦੇ ਕਰਕੇ, ਆਪਣੇ ਮੈਨਰਸ ਦੇ ਕਰਕੇ ਇੱਕ ਭੀੜ ਵਿੱਚ ਵੀ ਪਛਾਣੇ ਜਾਂਦੇ ਹੋ। ਸੋ ਗੱਲ ਕਰਦੇ ਹਾਂ ਪਹਿਲਾਂ, ਸਭ ਤੋਂ ਪਹਿਲਾਂ ਆਪਾਂ ਐਟੀਕੇਟਸ ਦੀ, ਭਾਵ ਸਿਸ਼ਟਾਚਾਰ। ਇਹਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਖੜੇ ਹੋਣ ਦਾ, ਜੋ ਵੀ ਤੁਹਾਡਾ ਸਟੈਂਡਿੰਗ ਪੋਸਚਰ ਆ ਉਹ ਤੁਹਾਡਾ ਇੱਕ ਪੂਰਾ ਵਧੀਆ ਹੋਣਾ ਚਾਹੀਦਾ ਵਾ ਕਿ ਆਰਾਮ ਨਾਲ ਖੜੇ ਹੋਣਾ ਚਾਹੀਦਾ। ਜਦੋਂ ਵੀ ਤੁਸੀਂ ਕਿਸੇ ਨਾਲ ਡੀਲ ਕਰਨਾ ਵਾ ਜਾਂ ਕਿਸੇ ਨਾਲ ਗੱਲ ਕਰਨੀ, ਕਮਿਊਨੀਕੇਟ ਕਰਨਾ ਵਾ, ਤੁਸੀਂ ਇੱਕ ਵਧੀਆ ਖੜੇ ਹੋਣਾ ਚਾਹੀਦਾ ਵਾ। ਆਪਣੇ ਤੁਹਾਡਾ ਸਰੀਰ ਦਾ ਬੈਲੈਂਸ ਬਣਾ ਕੇ ਦੋਵਾਂ ਪੈਰਾਂ ਦੇ ਉੱਪਰ ਭਾਰ ਪਾ ਕੇ, ਇਹ ਨਹੀਂ ਕਿ ਅਨਬੈਲੈਂਸ ਹੋਵੇ, ਇੱਕ ਪੈਰ ਤੇ ਜ਼ਿਆਦਾ ਥੋੜਾ ਸਾਈਡ ਨੂੰ ਹੋ ਗਿਆ, ਇੱਕ ਬੈਲੈਂਸ ਵਧੀਆ ਬਣਾ ਕੇ ਖੜੇ ਹੋਣਾ ਚਾਹੀਦਾ ਵਾ। ਜਿਹੜੇ ਮੋਢੇ ਆ, ਸ਼ੋਲਡਰਸ ਨੇ, ਉਹ ਇੱਕ ਸਿੱਧੇ ਆਰਾਮ ਵਾਈ ਵਿੱਚ ਹੋਣੇ ਚਾਹੀਦੇ ਹਨ। ਪੇਟ ਨੂੰ ਅੰਦਰ ਖਿੱਚ ਕੇ, ਚੈਸਟ ਨੂੰ ਥੋੜਾ ਬਾਹਰ ਰੱਖ ਕੇ ਆਰਾਮ ਦੇ ਨਾਲ ਖੜੇ ਹੋ ਕੇ ਗੱਲ ਕਰਨੀ ਚਾਹੀਦੀ ਆ। ਸੋ ਇਹ ਹੋ ਗਈ ਆਪਣੇ ਖੜੇ ਹੋਣ ਦੀ ਪੋਜੀਸ਼ਨ। ਸੋ ਅੱਗੇ ਗੱਲ ਕਰਦੇ ਹਾਂ ਪੋਸਚਰ ਦੇ ਵਿੱਚ ਹੈਂਡਸ ਦੀ ਪੋਜੀਸ਼ਨ ਦੀ। ਜਿਵੇਂ ਹੈਂਡਸ ਦੀ ਪੋਜੀਸ਼ਨ ਵੀ ਕਿਵੇਂ ਦੀ ਹੋਣੀ ਚਾਹੀਦੀ ਆ। ਹੱਥਾਂ ਨੂੰ ਸਾਈਡ ਤੇ ਜਾਂ ਪਿੱਛੇ ਰੱਖਣਾ ਚਾਹੀਦਾ ਵਾ, ਠੀਕ ਹੈ। ਪਾਕਟ ਦੇ ਵਿੱਚ ਪਾਉਣ ਤੋਂ ਅਵੋਇਡ ਕਰੋ। ਆਪਣੇ ਜਿਹੜੇ ਤੁਹਾਡੇ ਹੈਂਡਸ ਆ ਉਹਨਾਂ ਨੂੰ ਪਾਕਟ ਵਿੱਚ ਪਾ ਕੇ ਸਾਹਮਣੇ ਵਾਲੇ ਨਾਲ ਗੱਲ ਨਾ ਕਰੋ। ਬਾਹਾਂ ਨੂੰ ਕ੍ਰਾਸ ਕਰਕੇ ਆਪਣੀ ਚੈਸਟ ਦੇ ਨਾਲ ਨਾ ਜੋੜੋ। ਆਰਮਸ ਨੂੰ ਸਿੱਧੀਆਂ ਰੱਖੋ। ਕਿਸੇ ਵੀ ਕਾਊਂਟਰ ਤੇ ਹੱਥ ਰੱਖ ਕੇ ਜਾਂ ਕਿਸੇ ਦੇ ਵੀ ਸਹਾਰਾ ਲੈ ਕੇ ਗੱਲਬਾਤ ਨਾ ਕਰੋ। ਇਹ ਕੀ ਹੈ, ਸਭ ਇੱਕ ਸਿਸ਼ਟਾਚਾਰ ਦੇ ਐਟੀਕੇਟਸ ਨੇ। ਜੇ ਇਹ ਐਟੀਕੇਟਸ ਨੂੰ ਫੋਲੋ ਕਰਾਂਗੇ ਤਾਂ ਵਧੀਆ ਇੰਪ੍ਰੈਸ਼ਨ ਪਵੇਗਾ ਸਭ ਤੇ। ਗੱਲ ਕਰਦੇ ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਐਟੀਕੇਟਸ ਦੀ। ਸੋ ਇਹਦੇ ਨਾਲ ਆਪਾਂ ਗੱਲ ਕਰਦੇ ਹਾਂ ਮੈਨਰਸ ਦੀ। ਮੈਨਰ ਦੇ ਕਿਵੇਂ ਤੌਰ ਤਰੀਕੇ ਕਿਵੇਂ ਹੋਣੇ ਚਾਹੀਦੇ ਨੇ ਕੰਮ ਵਾਲੀ ਜਗ੍ਹਾ ਤੇ, ਆਪਣੇ ਕਿਵੇਂ ਆਪਾਂ ਨੂੰ ਇੱਕ ਪੂਰਾ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ। ਜਦੋਂ ਵੀ ਆਪਾਂ ਕਿਸੇ ਦੇ ਨਾਲ ਚੱਲਦੇ ਹਾਂ ਜਾਂ ਬੈਠਦੇ ਹਾਂ ਜਾਂ ਗੱਲਬਾਤ ਕਰਦੇ ਹਾਂ, ਪੂਰਾ ਇੱਕ ਹਰ ਇੱਕ ਚੀਜ਼ ਵਿੱਚ ਇੱਕ ਗੱਲਬਾਤ ਕਰਨ ਦਾ ਵੀ ਬੈਲੈਂਸ ਬਣਾ ਕੇ ਰੱਖਣਾ ਜ਼ਰੂਰੀ ਆ। ਜਦੋਂ ਵੀ ਗੈਸਟ ਨਹੀਂ ਹੁੰਦੇ, ਸਾਨੂੰ ਕਦੇ ਵੀ ਆਪਣੀ ਕਲੀਗਸ ਦੇ ਨਾਲ ਜਾਂ ਫਰੈਂਡਸ ਨਾਲ ਟੋਲੀਆਂ ਦੇ ਵਿੱਚ ਇਕੱਠੇ ਨਹੀਂ ਬੈਠਣਾ ਚਾਹੀਦਾ। ਉਹ ਇੱਕ ਕੀ ਹੈ, ਮੈਨਰਸ ਨੂੰ ਨੈਗੇਟਿਵ ਪੁਆਇੰਟ ਦਿੰਦਾ ਵਾ ਮੈਨਰਸ ਦਾ। ਸੋ ਆਪਾਂ ਨੂੰ ਇੱਕ ਬਰਾਬਰ ਚਾਲ ਵਿੱਚ ਚੱਲਣਾ ਚਾਹੀਦਾ। ਜਦੋਂ ਆਪਾਂ ਗੈਸਟ ਨਾਲ ਜਾਂਦੇ ਆ ਜਾਂ ਕਲੀਗਸ ਨਾਲ ਜਾਂਦੇ ਆ, ਆਪਾਂ ਨੂੰ ਇੱਕ ਬਰਾਬਰ ਚਾਲ ਦੇ ਵਿੱਚ ਚੱਲਣਾ ਚਾਹੀਦਾ ਵਾ। ਨਾ ਕਦੀ ਤੇਜ਼ ਹੋਣਾ ਚਾਹੀਦਾ, ਨਾ ਕਦੀ ਸਲੋ ਹੋਣਾ ਚਾਹੀਦਾ ਵਾ। ਸੋ ਇਹ ਵੀ ਇੱਕ ਜਿਹੜਾ ਕੀ ਆ, ਵਧੀਆ ਪੋਜ਼ਿਟਿਵ ਮੈਨਰਸ ਨੂੰ ਸ਼ੋ ਕਰਦਾ ਵਾ। ਸੋ ਸੌਫਟ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ ਹਰ ਇੱਕ ਨਾਲ, ਭਾਵੇਂ ਉਹ ਆਪਣਾ ਸੀਨੀਅਰ ਆ ਭਾਵੇਂ ਜਾਂ ਜੂਨੀਅਰ ਆ, ਹਰ ਇੱਕ ਸੌਫਟ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ। ਅਤੇ
ਹਰ ਇੱਕ ਆਰਗੇਨਾਈਜੇਸ਼ਨ ਦੇ ਜਾਂ ਹਰ ਇੱਕ ਇੰਡਸਟਰੀ ਦੇ ਆਪੋ ਆਪਣੇ ਰੂਲ ਰੈਗੂਲੇਸ਼ਨਸ ਹੁੰਦੇ ਨੇ। ਉਹਨਾਂ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਹੀ ਕਰਕੇ ਅਸੀਂ ਜਿਹੜਾ ਆਪਣਾ ਕੰਮ ਹੈ ਪੂਰਾ ਕੌਨਫੀਡੈਂਸ ਨਾਲ ਤੇ ਵਧੀਆ ਐਕੂਰੇਸੀ ਦੇ ਨਾਲ ਕਰ ਸਕਦੇ ਹਾਂ। ਸੋ ਹਰ ਇੱਕ ਆਰਗੇਨਾਈਜੇਸ਼ਨ ਦੇ ਜਾਂ ਹਰ ਇੱਕ ਇੰਡਸਟਰੀ ਦੇ ਆਪੋ ਆਪਣੇ ਰੂਲ ਰੈਗੂਲੇਸ਼ਨਸ ਹੁੰਦੇ ਆ। ਸੋ ਸਾਨੂੰ ਰੂਲ ਰੈਗੂਲੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਹੀ ਆਪਣੇ ਮੈਨਰਸ ਨੂੰ ਰੱਖਦੇ ਹੋਏ ਨਾਲ ਪੂਰਾ ਕੰਮ ਕਰਨਾ ਚਾਹੀਦਾ ਵਾ, ਤਾਂ ਹੀ ਅਸੀਂ ਕੰਫਰਟੇਬਲ ਹੋ ਕੇ ਤੇ ਕੌਨਫੀਡੈਂਸ਼ੀਅਲ ਵੇ ਨਾਲ ਕੰਮ ਕਰ ਸਕਦੇ ਹਾਂ। ਜੇ ਅਸੀਂ ਕੌਨਫੀਡੈਂਸ਼ੀਅਲ ਵੇ ਨਾਲ ਕੰਮ ਕਰਾਂਗੇ ਸਾਡੇ ਕੰਮ ਦੀ ਜਿਹੜੀ ਐਕੂਰੇਸੀ ਔਰ ਰਿਜ਼ਲਟ ਵਧੀਆ ਨਿਕਲਣਗੇ। मेरे साथ मेरी फैमिली है और 2 छोटे बच्चे हैं, तो मुझे रूम बताइए कौन कौन सा आपके सर हमारे पास 3 कैटेगरी रूम्स हैं, रिलैक्स रूम, सुपर रिलैक्स रूम, फैमिली रूम। अच्छा, फैमिली रूम में कितने मेंबर स्टे कर सकते हैं? सर 4 मेंबर्स। तो ठीक है। और प्राइस क्या इसका? सर ये आपको विद ब्रेकफास्ट चाहिए, विदाउट ब्रेकफास्ट चाहिए? विदाउट ब्रेकफास्ट नहीं, ठीक है, बच्चे हैं विद ब्रेकफास्ट ठीक है। विद ब्रेकफास्ट सर आपको पड़ जाएगा 2200 विद ब्रेकफास्ट। अच्छा, विद ऑल टैक्सेस साथ में ही है इसके? ठीक ठीक। अच्छा, मेरे को यहाँ पे आसपास देखने के लिए, मैं सर फर्स्ट टाइम आया हूँ, तो आसपास देखने के लिए कुछ और? सर आप अपने गाड़ी से जाना चाहोगे या अपनी गाड़ी से? नहीं, मैं आपके पास ही अगर टैक्सी अवेलेबल है तो बता दीजिए। सर हमारा पैकेज है जैसे 6000। ओके, तो मेरे को फुल डे के लिए मिल जाएगा? जी फुल डे के लिए आपको पूरा इसमें दिखाया गया है सर। आपको जहाँ भी घूमना चाहोगे अमृतसर में जितनी भी होटल्स हिस्ट्रियाँ जो भी इसमें दिखाई गई वो सारा कुछ आपको दिखा दिया है। ठीक है, ओके। तो मुझे ब्रेकफास्ट और इसमें ब्रेकफास्ट तो मेरे उसमें इंक्लूड है, और आपके पास किचन भी है? जी हाँ जी सर, अपने पास किचन अवेलेबल है, आपको खाना मिल जाएगा। और क्या क्या है देखने के लिए यहाँ? सर बाघा बॉर्डर और गोल्डन टेम्पल और जलियांवाला बाग और लोकल मार्केटिंग, जैसे आपको कोई भी शॉपिंग करनी जी, जी। है होल सेल में आपको सामान मिलेगा बहुत। हाँ जी, बताइए फिर आपके रूम में और कौन कुछ फैसिलिटीज है? सर हमारे रूम में आपको वाईफाई मिल जाएगा, टीवी, एसी और आपको गर्म पानी, ठंडा पानी सब अवेलेबल है। ओके, 24 आवर्स सर्विस है ना? जी 24 आवर सर्विस है हमारे पास। ठीक है। और आपको तो सर फिर मुझे ना परसों मेरे दोपहर को 2 बजे मेरी ट्रेन है, तो आपका चेकआउट टाइम भी बता दीजिए मुझे। सर चेकआउट टाइम आपका 12 बजे है। आपका अगर कोई आपकी ट्रेन लेट भी है सर्विस में तो आपको कोई भी 12:30 तक हम करवा सकते हैं। ठीक है, ठीक है, ठीक है। और रूम सर्विस है? जी बिल्कुल सर, हमारे रूम्स में होम से आप कुछ भी मंगवा सकते हैं। ठीक है, मैं 9 नंबर डायल करके जी यहाँ पे आपसे, अच्छा यहाँ पे 24 आवर्स सर्विस है? जी जी ठीक है, चलो फिर ऐसा कीजिए, मुझे फिर उस दिन परसों 12:30 बजे मैं चेकआउट कर लूँगा। ठीक है जी। प्लीज सर अपना कुछ आईडी प्रूफ वगैरह मैं आपको अभी कर देता हूँ, आप मेरी बुकिंग रख लीजिए, तो फिर मैं जब अपनी फैमिली के साथ आऊँगा मुझे सेकंड मुझे अब फिर रूम आप एक शो करवा दीजिए। थैंक यू। थैंक यू। ठीक है, तो ये रूम है? ये रूम है सर। हाँ जी, इसमें आपको ओके, ठीक है, मुझे रूम पसंद है, आप बुकिंग कर लीजिए। ਪਿਆਰੇ ਵਿਦਿਆਰਥੀਓ, ਆਓ ਅੱਗੇ ਅਸੀਂ ਹੋਟਲ ਹਾਊਸਕੀਪਿੰਗ ਦੇ ਬਾਰੇ ਜਾਣਦੇ ਹਾਂ ਕਿ ਹੋਟਲ ਹਾਊਸਕੀਪਿੰਗ ਅਸਲ ਵਿੱਚ ਕੀ ਹੈ। ਹਾਊਸਕੀਪਿੰਗ ਨੂੰ ਅਸੀਂ 2 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲਾ ਹੈ ਹਾਊਸ ਤੇ ਦੂਸਰਾ ਹੈ ਕੀਪ। ਹਾਊਸਕੀਪਿੰਗ ਦਾ ਮਤਲਬ ਕੀਪਿੰਗ ਆਫ ਦਾ ਹਾਊਸ, ਘਰ ਦੀ ਦੇਖ ਰੇਖ ਕਰਨਾ। ਘਰ ਦੀ ਦੇਖ ਰੇਖ ਤੋਂ ਹੀ ਇਹ ਕਨਸੈਪਟ ਕਮਰਸ਼ੀਅਲ
ਥਾਵਾਂ ਉੱਤੇ ਸ਼ੁਰੂ ਹੋਇਆ। ਇਸੇ ਕਰਕੇ ਹੀ ਇਸ ਨੂੰ ਪ੍ਰੋਫੈਸ਼ਨਲ ਲਹਿਜੇ ਦੇ ਵਿੱਚ ਜੇਕਰ ਦੇਖੀਏ ਤਾਂ ਹਾਊਸਕੀਪਿੰਗ ਕਿਹਾ ਜਾਂਦਾ ਹੈ। ਹਾਊਸਕੀਪਿੰਗ ਡਿਪਾਰਟਮੈਂਟ ਹੋਟਲ ਦੇ ਵਿੱਚ ਕਲੀਨਿੰਗ, ਮੇਨਟੇਨੈਂਸ ਅਤੇ ਐਸਥੈਟਿਕ ਅਪਕੀਪ ਜਿਹੜੇ ਉੱਥੇ ਦੇ ਪ੍ਰੋਡਕਟਸ ਹੈ ਉਹਨਾਂ ਨੂੰ ਕਿੱਥੇ ਕਿੱਥੇ ਰੱਖਣਾ ਹੈ ਉਹਨਾਂ ਦੀ ਜ਼ਿੰਮੇਵਾਰੀ ਦਾ ਕੰਮ ਚੁੱਕਦਾ ਹੈ। ਸਭ ਤੋਂ ਪਹਿਲੇ ਨੰਬਰ 'ਤੇ ਕਲੀਨਿੰਗ ਹਾਊਸਕੀਪਿੰਗ ਡਿਪਾਰਟਮੈਂਟ ਕਿਹੜੇ ਏਰੀਆਜ਼ ਦੀ ਕਰਦਾ ਹੈ? ਗੈਸਟ ਰੂਮਸ ਦੀ, ਪਬਲਿਕ ਏਰੀਆਜ਼ ਦੀ, ਬੈਕ ਏਰੀਆਜ਼ ਦੀ, ਸਰਾਊਂਡਿੰਗਸ ਦੀ, ਜਿਹੜੇ ਹੋਟਲ ਦੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਹੈ। ਉਸ ਤੋਂ ਬਾਅਦ ਮੇਨਟੇਨੈਂਸ ਉਹ ਕਿਹੜੀਆਂ ਥਾਵਾਂ ਦੀ ਕਰਦਾ ਹੈ? ਜਿਹੜੇ ਵੀ ਹੋਟਲ ਦੇ ਵਿੱਚ ਜੋ ਫਿਕਸਚਰਸ ਵਗੈਰਾ ਵਾ ਉਹਨਾਂ ਸਾਰੀਆਂ ਚੀਜ਼ਾਂ ਦੀ ਜੋ ਵੀ ਆ ਜਾਂ ਜੋ ਮਸ਼ੀਨਰੀਜ਼ ਹੈ ਉਹਨਾਂ ਦੀ, ਟੇਬਲਸ ਹੋ ਗਏ। ਐਸਥੈਟਿਕ ਅਪਕੀਪ ਦਾ ਮਤਲਬ ਹਰ ਇੱਕ ਉਹ ਚੀਜ਼ ਜਿਹੜੀ ਕਿਸੇ ਵੀ ਚੀਜ਼ ਜਿੱਥੇ ਉਹਨੂੰ ਹੋਣਾ ਚਾਹੀਦਾ ਉੱਥੇ ਉਹਨੂੰ ਸਹੀ ਢੰਗ ਦੇ ਨਾਲ ਰੱਖਣਾ ਤਾਂ ਕਿ ਉਹ ਚੰਗੀ ਦਿਖੇ। ਐਸਥੈਟਿਕ ਅਪਕੀਪ ਆਫ ਰੂਮ ਮਤਲਬ ਰੂਮ ਉਹ ਜਿੱਥੇ ਗੈਸਟ ਆਪਣਾ ਸਟੇ ਕਰਦਾ ਹੈ। ਪਬਲਿਕ ਏਰੀਆਜ਼ ਉਹ ਜਗ੍ਹਾ ਹੁੰਦੀਆਂ ਹਨ ਜਿੱਥੇ ਗੈਸਟ ਅਤੇ ਹੋਟਲ ਸਟਾਫ ਦੇ ਵਿੱਚ ਇੰਟਰੈਕਸ਼ਨ ਹੁੰਦੀ ਹੈ। ਆਓ ਹੋਟਲ ਦੀਆਂ ਜਗ੍ਹਾਵਾਂ ਨੇ ਜੋ ਪਬਲਿਕ ਏਰੀਆ ਦੇ ਵਿੱਚ ਆਉਂਦੀਆਂ ਹਨ। ਬੈਕ ਏਰੀਆਜ਼ ਹੋਟਲ ਦੀ ਉਹ ਏਰੀਆਜ਼ ਹੁੰਦੇ ਹਨ ਜਿੱਥੇ ਹੋਟਲ ਦੇ ਕਰਮਚਾਰੀ ਕੰਮ ਕਰਦੇ ਹਨ। ਜੋ ਬੈਕ ਏਰੀਆਜ਼ ਦੀ ਲਿਸਟ ਹੈ ਉਹ ਤੁਹਾਡੀ ਸਕਰੀਨ ਦੇ ਉੱਤੇ ਦਿਖਾਈ ਜਾ ਰਹੀ ਹੈ। ਸਰਾਊਂਡਿੰਗ ਮਤਲਬ Surroundings means the space or area around the hotel building. That is also the responsibility of housekeeping department. ਹਾਊਸਕੀਪਿੰਗ ਡਿਪਾਰਟਮੈਂਟ ਦੀ ਹੁੰਦੀ ਹੈ। ਕਰੀ ਫਿਰ ਤੋਂ ਹਾਊਸਕੀਪਿੰਗ ਡਿਪਾਰਟਮੈਂਟ ਦੀ ਡੈਫੀਨੇਸ਼ਨ ਦੀ ਰਿਵੀਜ਼ਨ ਕਰਦੇ ਹਾਂ। ਇਹ ਇੱਕ ਆਪਰੇਸ਼ਨਲ ਡਿਪਾਰਟਮੈਂਟ ਹੈ ਜਿਹੜਾ ਪਬਲਿਕ ਏਰੀਆਜ਼, ਬੈਕ ਏਰੀਆਜ਼ ਅਤੇ ਸਰਾਊਂਡਿੰਗਸ ਦੀ ਕਲੀਨਿੰਗ, ਮੇਨਟੇਨੈਂਸ ਅਤੇ ਐਸਥੈਟਿਕ ਅਪਕੀਪ ਦੀ ਸਾਫ ਸਫਾਈ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਆਓ ਅੱਗੇ ਅਸੀਂ ਹਾਊਸਕੀਪਿੰਗ ਸੈਕਸ਼ਨਸ ਦੇ ਬਾਰੇ ਜਾਣਦੇ ਹਾਂ। ਕਿਹੜੇ ਹਾਊਸਕੀਪਿੰਗ ਦੇ ਵਿੱਚ ਸੈਕਸ਼ਨ ਹੁੰਦੇ ਹਨ। ਜਿਵੇਂ ਕਿ ਅਸੀਂ ਦੇਖ ਚੁੱਕੇ ਹਾਂ ਕਿ ਹਾਊਸਕੀਪਿੰਗ ਜੋ ਹੈ ਆਪਰੇਸ਼ਨਲ ਡਿਪਾਰਟਮੈਂਟ ਹੈਗਾ ਵਾ ਜੋ ਕਿ ਹੋਟਲ ਦੇ ਰੂਮਸ ਵਗੈਰਾ ਦੀ ਜੋ ਕਲੀਨਿੰਗ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਜੋ ਰੂਮਸ ਦੀ ਜੋ ਜ਼ਿੰਮੇਵਾਰੀ ਦਾ ਕੰਮ ਹੈ ਉਹ ਗੈਸਟ ਰੂਮ ਅਟੈਂਡੈਂਟ ਹੁੰਦੇ GRA। ਪਬਲਿਕ ਏਰੀਆਜ਼ ਵਾਸਤੇ ਪਬਲਿਕ ਏਰੀਆ ਅਟੈਂਡੈਂਟ ਜਾਂ ਹਾਊਸ ਪਰਸਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਹੁੰਦੇ ਹਨ। ਅਤੇ ਬੈਕ ਏਰੀਆਜ਼ ਅਤੇ ਸਰਾਊਂਡਿੰਗਸ ਦੀ ਜੋ ਕਲੀਨਿੰਗ ਦਾ ਕੰਮ ਹੈ ਹਾਊਸਕੀਪਿੰਗ ਅਟੈਂਡੈਂਟਸ ਦੇ ਦੁਆਰਾ ਕੀਤਾ ਜਾਂਦਾ ਹੈ। All housekeeping activities are coordinated from one place called Housekeeping Control Desk. ਕੰਟਰੋਲ ਕੀਤੀਆਂ ਜਾਂਦੀਆਂ ਹਨ। Housekeeping Control Desk works in close to Executive Housekeeper Office. That's why Office of Executive Housekeeper and Control Desk are also found side by side. Executive Housekeeper is the head of Housekeeping Department. ਹੈਡ ਹੁੰਦਾ ਹੈ। So all instructions are passed through Housekeeping Control Desk. Control Desk supervisor receive all instructions, messages, complaints, and also keeps records of what work has been assigned to whom and maintains the journal follow-up of the same. Housekeeping Control Desk also handles lost and found. Lost and founds are the lost items found in guest room, public areas or back areas. These are also submitted at control desk by housekeeping attendants. As EHK office and housekeeping control desk work side by side, let's consider it as one section. ਹਾਊਸਕੀਪਿੰਗ ਦਾ ਜੋ ਅਗਲਾ ਸੈਕਸ਼ਨ ਹੈ ਉਹ ਹੈ ਲਾਉਂਡਰੀ। ਲਾਉਂਡਰੀ ਇੱਕ ਉਹ ਏਰੀਆ ਹੈ ਜਿੱਥੇ ਹੋਟਲ ਦਾ ਸਾਰਾ ਲਿਨਨ ਅਤੇ ਯੂਨੀਫਾਰਮਸ ਵਗੈਰਾ ਲਾਉਂਡਰੀ ਵਾਸਤੇ ਆਉਂਦੀਆਂ ਹਨ, ਜਿੱਥੇ ਕਿ ਇਹਨਾਂ ਨੂੰ ਸਾਫ ਸਫਾਈ ਕੀਤੀ ਜਾਂਦੀ ਹੈ ਅਤੇ ਪ੍ਰੈਸ ਕੀਤਾ ਜਾਂਦਾ ਹੈ। ਕਈ ਵਾਰੀ ਹੋਟਲ ਦੇ ਕੋਲ ਆਪਣੀ ਲਾਉਂਡਰੀ ਵੀ ਹੁੰਦੀ ਹੈ ਜਾਂ ਜੇਕਰ ਉਹਨਾਂ ਕੋਲ ਆਪਣੀ ਨਹੀਂ ਹੈ ਤਾਂ ਉਹ ਬਾਹਰ ਕੰਟਰੈਕਟ ਬੇਸਿਸ ਦੇ ਉੱਤੇ ਵੀ ਲਾਉਂਡਰੀ ਨੂੰ ਹਾਇਰ ਕਰ ਸਕਦੇ ਹਨ, ਜਿੱਥੇ ਕਿ ਉਹਨਾਂ ਦੇ ਸਾਰਾ ਲਿਨਨ ਵਗੈਰਾ ਉਹ ਵਾਸ਼ਿੰਗ ਐਂਡ ਡਰਾਈ ਕਲੀਨਿੰਗ ਇਹ ਸਾਰਾ ਕੰਮ ਉਹਨਾਂ ਦਾ ਚੱਲਦਾ ਰਹੇ। ਅਤੇ ਲਾਉਂਡਰੀ ਤੋਂ ਬਾਅਦ ਇਹ ਸਾਰੇ ਕੱਪੜੇ
ਲਿਨਨ ਤੇ ਯੂਨੀਫਾਰਮ ਰੂਮ ਦੇ ਵਿੱਚ ਪਹੁੰਚਾਏ ਜਾਂਦੇ ਹਨ ਅਤੇ ਜਿਹੜੇ ਗੈਸਟ ਦੇ ਆਰਟੀਕਲਸ ਹੈ ਉਹ ਸਿੱਧਾ ਲਾਂਡਰੀ ਤੋਂ ਗੈਸਟ ਰੂਮ ਦੇ ਵਿੱਚ ਪਹੁੰਚਾਏ ਜਾਂਦੇ ਹਨ। ਅੱਗੇ ਆਉਂਦਾ ਹੈ ਲਾਂਡਰੀ ਵੈਲੇ। ਜਿਵੇਂ ਕਿ ਦੱਸਿਆ ਗਿਆ ਹੈ ਕਿ ਗੈਸਟ ਆਰਟੀਕਲ ਜਿਹੜੇ ਵੀ ਆ ਉਹ ਲਾਂਡਰੀ ਤੋਂ ਸਿੱਧਾ ਗੈਸਟ ਰੂਮ ਦੇ ਵਿੱਚ ਪਹੁੰਚਾਏ ਜਾਂਦੇ ਹਨ ਅਤੇ ਜੋ ਉਸ ਤੋਂ ਇਲਾਵਾ ਜੋ ਸਮਾਨ ਹੈ ਉਹ ਸਾਰਾ ਲਿਨਨ ਤੇ ਯੂਨੀਫਾਰਮ ਰੂਮ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਜੋ ਲਿਨਨ ਤੇ ਯੂਨੀਫਾਰਮ ਦੇ ਵਿੱਚ ਰੂਮ ਦੇ ਵਿੱਚ ਜੋ ਸਮਾਨ ਭੇਜਿਆ ਜਾਂਦਾ ਹੈ ਉਹ ਹੈ ਬੈੱਡ ਸ਼ੀਟਸ, ਕਵਰਸ ਹੋ ਗਏ, ਬਾਥ ਟਾਵਲਸ ਹੋ ਗਏ, ਫੇਸ ਟਾਵਲਸ। ਇਹ ਸਾਰਾ ਕੀ ਹੈ ਲਿਨਨ ਰੂਮ ਦੇ ਵਿੱਚ ਹੁੰਦਾ ਹੈ ਅਤੇ ਇਹਦੇ ਨਾਲ ਜੋ ਸਟਾਫ ਯੂਨੀਫਾਰਮਸ ਹੈ ਉਹ ਵੀ ਇੱਥੇ ਹੀ ਪਹੁੰਚਾਇਆ ਜਾਂਦਾ ਹੈ। ਉਸ ਤੋਂ ਬਾਅਦ ਇੱਕ ਆਉਂਦਾ ਹੈ ਸੂਇੰਗ ਏਰੀਆ, ਜਿਹਦੇ ਵਿੱਚ ਸਟਿਚਿੰਗ ਦਾ, ਮੈਂਡਿੰਗ ਦਾ, ਪੈਚਿੰਗ ਦਾ, ਆਲਟਰਿੰਗ ਦਾ ਇਤਿਆਦਿ ਜੋ ਕੰਮ ਹੈ ਉਹ ਸਾਰਾ ਸੂਇੰਗ ਏਰੀਆ ਦੇ ਵਿੱਚ ਕੀਤਾ ਜਾਂਦਾ ਹੈ। ਹਾਊਸਕੀਪਿੰਗ ਦੇ ਵਿੱਚ ਜੋ ਅਗਲਾ ਡਿਪਾਰਟਮੈਂਟ ਹੈ ਉਹ ਆਉਂਦਾ ਹੈ ਹਾਰਟੀਕਲਚਰ ਡਿਪਾਰਟਮੈਂਟ। ਇਹਦੇ ਵਿੱਚ ਜੋ ਮੇਨ ਕੰਮ ਹੈ ਉਹ ਹੁੰਦਾ ਹੈ ਗਾਰਡਨਿੰਗ ਦਾ ਅਤੇ ਫਲਾਵਰ ਅਰੇਂਜਮੈਂਟ ਦਾ ਹੁੰਦਾ ਹੈ। ਗਾਰਡਨਿੰਗ ਦੇ ਵਿੱਚ ਜੋ ਕੰਮ ਕਰਮਚਾਰੀ ਜੋ ਹੈ ਉਹ ਗਾਰਡਨਰ ਹੁੰਦਾ ਹੈ, ਲੈਂਡਸਕੇਪਿੰਗ ਦਾ, ਬੁਸ਼ਸ ਦਾ, ਹੈਜਸ ਦਾ, ਫਲਾਵਰਸ ਦਾ ਆਦਿ ਦਾ ਕੰਮ ਕਰਦਾ ਹੈ ਅਤੇ ਫਲਾਵਰ ਅਰੇਂਜਮੈਂਟ ਵਾਸਤੇ ਜੋ ਕੰਮ ਕਰਦਾ ਹੈ ਉਹ ਹੈ ਫਲੋਰਿਸਟ, ਜੋ ਗੈਸਟ ਰੂਮਸ ਦੇ ਵਿੱਚ, ਲੌਬੀ ਦੇ ਵਿੱਚ, ਲਾਉਂਜ ਏਰੀਆ ਦੇ ਵਿੱਚ ਅਤੇ ਬੈਂਕੁਐਟਸ ਦੇ ਵਿੱਚ ਫਲਾਵਰ ਅਰੇਂਜਮੈਂਟ ਦਾ ਅਤੇ ਸਾਰਾ ਫਲਾਵਰ ਡੈਕੋਰੇਸ਼ਨ ਦਾ ਕੰਮ ਕਰਦਾ ਹੈ। ਪੰਜਵਾਂ ਸੈਕਸ਼ਨ ਆਉਂਦਾ ਹੈ ਉਹ ਹੈ ਪੈਸਟ ਕੰਟਰੋਲ ਸੈਕਸ਼ਨ। ਪੈਸਟ ਕੰਟਰੋਲ ਸੈਕਸ਼ਨ ਉਹ ਆ ਜੋ ਹੋਟਲ ਦੇ ਵਿੱਚੋਂ ਅਤੇ ਉਹਦੀ ਸਰਾਊਂਡਿੰਗਸ ਦੇ ਵਿੱਚੋਂ ਪੈਸਟ ਨੂੰ ਕੰਟਰੋਲ ਕਰਦਾ ਹੈ। ਲਾਸਟ ਦੇ ਵਿੱਚ ਜੋ ਸਾਡੇ ਕੋਲ ਸੈਕਸ਼ਨ ਆਉਂਦਾ In the end, we have housekeeping stores and floor pantries. Obviously, housekeeping will handle its own store where housekeeping equipment, cleaning supplies, guest stationeries and amenities are kept. ਸਟੋਰ ਕੀਤੀਆਂ ਜਾਂਦੀਆਂ ਹਨ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਇੱਕ ਵੱਡੇ ਹੋਟਲ ਦੇ ਵਿੱਚ ਵੱਖ-ਵੱਖ ਫਲੋਰਸ ਹੁੰਦੇ ਆ ਅਤੇ ਇੱਕ ਹਾਊਸਕੀਪਰ ਦੇ ਵਾਸਤੇ ਹਰ ਵਾਰੀ ਕੀ ਹੈ ਸਮਾਨ ਲੈਣ ਜਾਣ ਵਾਸਤੇ ਸਟੋਰਸ ਦੇ ਉੱਤੇ ਜਾਣਾ ਉਹਦਾ ਮੁਸ਼ਕਿਲ ਹੋਏਗਾ। ਇਸ ਕਰਕੇ ਹਰ ਇੱਕ ਫਲੋਰ ਦੇ ਉੱਤੇ ਇੱਕ ਮਿਨੀ ਸਟੋਰ ਕਰਕੇ ਬਣਾਇਆ ਜਾਂਦਾ ਹੈ ਜਿੱਥੇ ਥੋੜ੍ਹਾ ਸਮਾਨ ਕੀ ਹੈ ਗੈਸਟ ਅਮੈਨਿਟੀਜ਼ ਵਗੈਰਾ ਵਾ ਉਹ ਸਟੋਰ ਕੀਤੀਆਂ ਜਾਂਦੀਆਂ ਨੇ, ਜਿਸ ਨੂੰ ਫਲੋਰ ਪੈਂਟਰੀਜ਼ ਕਰਕੇ ਜਾਣਿਆ ਜਾਂਦਾ ਹੈ। Well boys, along with sections and sub-departments, you also covers the key areas of housekeeping. ਜੇਕਰ ਆਪਾਂ ਇਹਨਾਂ ਦੇ ਬਾਰੇ ਜਾਣਦੇ And if you understand sections and key areas, then it would be very easy for you to understand functions and responsibilities of housekeeping department. ਜਾਣਨ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ ਕਿਉਂਕਿ ਅਸੀਂ ਜਾਣ ਚੁੱਕੇ ਹਾਂ ਹਾਊਸਕੀਪਿੰਗ ਦਾ ਜੋ ਮੁੱਖ ਕੰਮ ਹੈ ਕਲੀਨਿੰਗ ਹੈ, ਮੇਨਟੇਨੈਂਸ ਹੈ ਅਤੇ ਐਸਥੈਟਿਕ ਅਪਕੀਪਿੰਗ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਹਾਊਸਕੀਪਿੰਗ ਡਿਪਾਰਟਮੈਂਟ ਕਿਹੜੇ ਡਿਪਾਰਟਮੈਂਟਸ ਦੇ ਨਾਲ ਕੋਆਰਡੀਨੇਟ ਕਰਦਾ ਹੈ। ਹਾਊਸਕੀਪਿੰਗ ਡਿਪਾਰਟਮੈਂਟ ਦੋ ਤਰ੍ਹਾਂ ਦੇ ਡਿਪਾਰਟਮੈਂਟਸ ਨਾਲ ਕੋਆਰਡੀਨੇਟ ਕਰਦੇ ਆ, ਇੰਟਰ ਤੇ ਇੰਟਰਾ। ਇੰਟਰ ਡਿਪਾਰਟਮੈਂਟ ਉਹ ਹੈ ਹੋਟਲ ਦੇ ਵਿੱਚ ਜਿਹੜੇ ਅੰਦਰ ਜੋ ਫਰੰਟ ਆਫਿਸ ਹੈ, F&B ਸਰਵਿਸ ਹੈ, ਪ੍ਰੋਡਕਸ਼ਨ ਹੈ ਅਤੇ ਇੰਟਰਾ ਉਹ ਆ ਜਿਹੜੇ ਹਾਊਸਕੀਪਿੰਗ ਦੇ ਅੰਦਰ ਹੀ ਆਪਾਂ 6 ਡਿਪਾਰਟਮੈਂਟਸ ਦੇ ਬਾਰੇ ਜਾਂ ਸੈਕਸ਼ਨਸ ਦੇ ਬਾਰੇ ਆਪਾਂ ਦੇਖਿਆ ਉਹ ਇੰਟਰਾ ਹੈ। ਅਤੇ ਅਸੀਂ ਹਾਊਸਕੀਪਿੰਗ ਦੇ ਬਾਰੇ ਜਾਣ ਚੁੱਕੇ ਹਾਂ। ਹਾਊਸਕੀਪਿੰਗ ਦੇ ਵਿੱਚ ਜੋ ਡਿਪਾਰਟਮੈਂਟਸ ਹੈ ਉਹਨਾਂ ਦੇ ਕੀ ਕੰਮ ਨੇ, ਜਿਸ ਤਰ੍ਹਾਂ ਲੋਸਟ ਐਂਡ ਫਾਊਂਡ ਦਾ ਇਹ ਕੰਟਰੋਲ ਡੈਸਕ ਦੇ ਅੰਡਰ ਆਉਂਦਾ ਹੈ ਅਤੇ ਲਾਂਡਰੀ ਦੇ ਵਿੱਚ ਆਪਾਂ ਦੇਖਿਆ ਵਾਸ਼ਿੰਗ ਹੈ, ਆਇਰਨਿੰਗ ਹੈ, ਡਰਾਈ ਕਲੀਨਿੰਗ ਹੈ ਅਤੇ ਜੋ ਲਿਨਨ ਯੂਨੀਫਾਰਮ ਦੇ ਵਿੱਚ ਆਉਂਦਾ ਹੈ ਸਟੋਰ ਅਤੇ ਉਹਦੇ ਵਿੱਚੋਂ ਇਸ਼ੂ ਕੀਤਾ ਜਾਂਦਾ ਜੋ ਫਰੈਸ਼ ਲਿਨਨ ਹੈ ਕਮਰਿਆਂ ਦੇ ਵਿੱਚ ਜੋ ਯੂਜ਼ ਕਰਨ ਵਾਸਤੇ ਆ, ਠੀਕ ਹੈ। ਅਤੇ ਜਿਹੜੀਆਂ ਸੋਇਲਡ ਜਿਹੜੀਆਂ ਗੰਦੇ ਯੂਨੀਫਾਰਮਸ ਵਗੈਰਾ ਉਹ ਲਾਂਡਰੀ ਦੇ ਵਿੱਚ ਕੀ ਹੈ ਕਲੈਕਟ ਕੀਤੀ ਜਾਂਦੀ ਹੈ ਅਤੇ ਉੱਥੇ ਸਟਾਫ ਨੂੰ ਫਰੈਸ਼ ਯੂਨੀਫਾਰਮ ਜੋ ਹੈ ਉਹ ਇਸ਼ੂ ਕੀਤੀਆਂ ਜਾਂਦੀਆਂ ਅਤੇ ਇੱਕ ਇਹਦਾ ਰਿਕਾਰਡ ਕੀ ਹੈ ਮੇਨਟੇਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਕੀ ਹੈ ਇਹੋ ਯੂਨੀਫਾਰਮ ਰੂਮ ਦੇ ਵਿੱਚ ਹੀ ਨਾਲ ਹੀ ਇੱਕ ਇਹਦਾ ਆਉਂਦਾ ਵਾ ਸਟਿਚਿੰਗ ਰੂਮ ਆਉਂਦਾ ਵਾ, ਠੀਕ ਹੈ, ਜਿਹਨੂੰ ਸਵਿੰਗ ਡਿਪਾਰਟਮੈਂਟ ਕਰਕੇ ਵੀ ਜਾਣਿਆ ਜਾਂਦਾ। ਹਾਰਟੀਕਲਚਰ ਦਾ ਇੱਕ ਨਵਾਂ ਡਿਪਾਰਟਮੈਂਟ ਦੇ ਬਾਰੇ ਆਪਾਂ ਦੇਖਿਆ ਵਾ। ਫਿਰ ਉਹਦੇ ਵਿੱਚ ਫਲਾਵਰ ਅਰੇਂਜਮੈਂਟਸ ਬਾਰੇ ਵੀ ਵੇਖ ਲਿਆ ਆਪਾਂ, ਸਾਰਾ ਕੁਝ ਦੇਖਿਆ ਵਾ ਕਿਸ ਤਰ੍ਹਾਂ ਹਾਰਟੀਕਲਚਰ ਵਗੈਰਾ ਕੰਮ ਕਰਦਾ ਹੈ। ਫਿਰ ਜਿਹੜਾ ਪੈਸਟ ਕੰਟਰੋਲ ਹੈ
ਇਹ ਜ਼ਿਆਦਾਤਰ ਹੋਟਲਸ ਦੇ ਵਿੱਚ ਕੀ ਹੈ ਕਿ ਆਊਟਸੋਰਸ ਹੁੰਦਾ ਵਾ, ਕੰਟਰੈਕਟ ਬੇਸਿਸ 'ਤੇ ਇਹਦੇ ਕੋਲੋਂ ਹੋਟਲ ਦੇ ਵਿੱਚ ਕੰਮ ਕਰਵਾਇਆ ਜਾਂਦਾ ਹੈ। ਅਤੇ ਲਾਸਟ ਦੇ ਵਿੱਚ ਜੋ ਆਉਂਦਾ ਹੈ ਹਾਊਸਕੀਪਿੰਗ, ਸਟੋਰ ਅਤੇ ਪੈਂਟਰੀ।
ਡਿਪਾਰਟਮੈਂਟ ਦੀਆਂ ਰਿਸਪੌਂਸਿਬਿਲਟੀਜ਼ ਤੋਂ ਬਾਅਦ ਅੱਗੇ ਅਸੀਂ ਦੇਖਾਂਗੇ ਹਾਊਸਕੀਪਿੰਗ ਸਟਾਫ ਦਾ ਜੋ ਸਟਰਕਚਰ ਹੈ ਜਾਂ ਹਾਇਰਾਰਕੀ ਆਫ ਹਾਊਸਕੀਪਿੰਗ ਡਿਪਾਰਟਮੈਂਟ ਉਹ ਕੀ ਹੈ, ਇਸ ਦੇ ਬਾਰੇ ਅਸੀਂ ਜਾਣਾਂਗੇ। ਉੱਪਰ ਤੋਂ ਲੈ ਕੇ ਥੱਲੇ ਤੱਕ ਕਿਵੇਂ ਹਾਊਸਕੀਪਿੰਗ ਡਿਪਾਰਟਮੈਂਟ ਦਾ ਸਟਰਕਚਰ ਤਿਆਰ ਕੀਤਾ ਜਾਂਦਾ ਹੈ। ਸਭ ਤੋਂ ਪਹਿਲੇ ਨੰਬਰ 'ਤੇ ਜੋ ਹਾਊਸਕੀਪਿੰਗ ਦਾ ਮੁਖੀ ਆਉਂਦਾ ਹੈ ਉਹ ਹੈ ਐਗਜ਼ੀਕਿਊਟਿਵ ਹਾਊਸਕੀਪਰ ਜਾਂ ਮੈਨੇਜਰ ਆਫ ਹਾਊਸਕੀਪਰ। ਇਹ ਹਾਊਸਕੀਪਿੰਗ ਡਿਪਾਰਟਮੈਂਟ ਦਾ ਮੁਖੀਆ ਹੁੰਦਾ ਹੈ ਅਤੇ ਇਸ ਤੋਂ ਬਾਅਦ ਜੋ ਡਿਪਟੀ ਜਿਹੜਾ ਹਾਊਸਕੀਪਰ ਹੈ ਜਾਂ ਅਸਿਸਟੈਂਟ ਮੈਨੇਜਰ ਹੈ ਉਹ ਐਗਜ਼ੀਕਿਊਟਿਵ ਹਾਊਸਕੀਪਰ ਨੂੰ ਰਿਪੋਰਟ ਕਰਦਾ ਹੈ। ਐਗਜ਼ੀਕਿਊਟਿਵ ਹਾਊਸਕੀਪਰ ਦੀ ਮੁੱਖ ਜ਼ਿੰਮੇਵਾਰੀਆਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਹੋਟਲ ਪੂਰਾ ਸਾਫ਼ ਹੈ ਅਤੇ ਪ੍ਰੋਪਰ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ। ਅਤੇ ਦੂਸਰੇ ਨੰਬਰ 'ਤੇ ਉਹ ਜਿਹੜੇ ਨਵੇਂ ਕਰਮਚਾਰੀ ਹੈ ਉਹਨਾਂ ਦੀ ਟ੍ਰੇਨਿੰਗ ਨੂੰ ਖਿਆਲ ਦੇ ਵਿੱਚ ਰੱਖਦਾ ਹੈ ਕਿ ਨਵੇਂ ਟ੍ਰੇਨਿੰਗ ਜਿਹੜੇ ਆਏ ਹੈ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਾਂ ਨਹੀਂ, ਅਤੇ ਹਰ ਇੱਕ ਕੰਮ ਨੂੰ ਦੇਖਦਾ ਹੈ ਕਿ ਪ੍ਰੋਪਰ ਸਟੈਂਡਰਡਸ ਦੇ ਨਾਲ ਕੰਮ ਕੀਤੇ ਜਾ ਰਹੇ ਹਨ ਅਤੇ ਰੈਗੂਲਰ ਇਨਵੈਂਟਰੀ ਨੂੰ ਉਹ ਮੋਨੀਟਰ ਕਰਦਾ ਹੈ ਜਾਂ ਉਹਦੀ ਜਾਂਚ ਕਰਦਾ ਹੈ ਅਤੇ ਹਾਊਸਕੀਪਿੰਗ ਇਕਵਿਪਮੈਂਟਸ ਅਤੇ ਹੋਟਲ ਦੀ ਜਿਹੜੀ ਪ੍ਰੋਪਰਲੀ ਹੈ ਉਹ ਮੋਨੀਟਰਿੰਗ ਕਰਦਾ ਹੈ ਕਿ ਸਾਰੇ ਜੋ ਵੀ ਇਕਵਿਪਮੈਂਟਸ ਹੈ ਹੋਟਲਸ ਹੈ ਇਹ ਪ੍ਰੋਪਰਲੀ ਵਰਕਿੰਗ ਕਰ ਰਿਹਾ ਹੈ ਜਾਂ ਨਹੀਂ, ਅਤੇ ਕਰਮਚਾਰੀਆਂ ਦੇ ਕੰਮ ਨੂੰ ਇਵੈਲੂਏਟ ਕਰਦਾ ਹੈ, ਉਹਨਾਂ ਦੀ ਪਰਫਾਰਮੈਂਸ ਨੂੰ ਦੇਖਦਾ ਹੈ ਅਤੇ ਉਹਨਾਂ ਦੀ ਟ੍ਰੇਨਿੰਗ ਅਤੇ ਪ੍ਰਮੋਸ਼ਨਸ ਦਾ ਵੀ ਖਿਆਲ ਰੱਖਦਾ ਹੈ ਅਤੇ ਕਿਸੇ ਵੀ ਪਾਰਟੀ ਦੇ ਸਮੇਂ ਫਲਾਵਰਸ ਦਾ ਅਰੇਂਜਮੈਂਟ ਵੀ ਐਗਜ਼ੀਕਿਊਟਿਵ ਹਾਊਸਕੀਪਰ ਦੇ ਹੱਥਾਂ ਦੇ ਵਿੱਚ ਹੁੰਦਾ ਹੈ। ਐਗਜ਼ੀਕਿਊਟਿਵ ਹਾਊਸਕੀਪਰ ਤੋਂ ਬਾਅਦ ਸੁਪਰਵਾਈਜ਼ਰਸ ਆਉਂਦੇ ਹੈ। ਇਹ ਸੁਪਰਵਾਈਜ਼ਰ ਜੋ ਹੈ ਐਗਜ਼ੀਕਿਊਟਿਵ ਹਾਊਸਕੀਪਰ ਨੂੰ ਜਾਂ ਅਸਿਸਟੈਂਟ ਹਾਊਸਕੀਪਰ ਨੂੰ ਰਿਪੋਰਟ ਕਰਦੇ ਹਨ। ਉਹਨਾਂ ਦੀ ਪੋਜੀਸ਼ਨ ਅਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਅੱਗੇ ਦੱਸੀਆਂ ਗਈਆਂ ਹਨ। ਸਭ ਤੋਂ ਪਹਿਲੇ ਨੰਬਰ 'ਤੇ ਹੁੰਦਾ ਹੈ ਫਲੋਰ ਸੁਪਰਵਾਈਜ਼ਰ। ਇਹਦਾ ਮੁੱਖ ਕੰਮ ਹੁੰਦਾ ਹੈ ਜਿਹੜੇ ਰੂਮ ਅਟੈਂਡੈਂਟ ਹੈ ਉਹਨਾਂ ਨੂੰ ਕਮਰਿਆਂ ਦੀਆਂ ਚਾਬੀਆਂ ਦੇਣੀਆਂ ਅਤੇ ਫਲੋਰ ਆਪਰੇਸ਼ਨਸ ਦੇ ਵਿੱਚ ਟ੍ਰੇ ਕਲੀਅਰੈਂਸ ਦੇ ਵਿੱਚ ਰੂਮ ਅਟੈਂਡੈਂਟਸ ਦੇ ਨਾਲ ਕੋਆਰਡੀਨੇਟ ਕਰਦੇ ਹੈ ਅਤੇ ਇਸ ਗੱਲ ਦੀ ਵੀ ਜਾਂਚ ਕਰਦੇ ਹੈ ਕਿ ਜੋ ਹੋਟਲ ਦੇ ਵਿੱਚ ਕਮਰੇ ਹੈ ਇਹ ਦੁਬਾਰਾ ਤੋਂ ਵੇਚਣ ਵਾਸਤੇ ਰੈਡੀ ਹੈ ਅਤੇ ਇਸ ਗੱਲ ਦੀ ਰਿਪੋਰਟ ਫਰੰਟ ਆਫਿਸ ਨੂੰ ਪਹੁੰਚਾਉਂਦੇ ਹਨ ਅਤੇ ਹੋਟਲ ਦੇ ਵਿੱਚ ਬੇਬੀ ਸਿਟਿੰਗ ਪ੍ਰੋਵੀਜ਼ਨ ਦਾ ਵੀ ਜੋ ਜ਼ਿੰਮੇਵਾਰੀ ਹੈ ਫਲੋਰ ਸੁਪਰਵਾਈਜ਼ਰ ਦੀ ਹੁੰਦੀ ਹੈ। ਫਲੋਰ ਸੁਪਰਵਾਈਜ਼ਰ ਤੋਂ ਬਾਅਦ ਪਬਲਿਕ ਏਰੀਆ ਸੁਪਰਵਾਈਜ਼ਰ ਹੁੰਦਾ ਹੈ ਜਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਇੱਕ ਪਬਲਿਕ ਏਰੀਆ ਜਿਵੇਂ ਕਿ ਲੋਬੀ, ਲਿਫਟਸ ਅਤੇ ਸਟੇਅਰਕੇਸ ਇਹਨਾਂ ਦੀ ਸਾਫ ਸਫਾਈ ਦਾ ਪੂਰਾ ਖਿਆਲ ਪਬਲਿਕ ਏਰੀਆ ਸੁਪਰਵਾਈਜ਼ਰ ਰੱਖਦਾ ਹੈ। ਪਾਰਕਿੰਗ, ਸਵਿਮਿੰਗ ਪੂਲ, ਕਾਫੀ ਸ਼ਾਪ, ਕਾਨਫਰੰਸ ਹਾਲ, ਬੈਂਕੁਏਟ ਹਾਲ ਅਤੇ ਰੈਸਟੋਰੈਂਟ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਪਬਲਿਕ ਏਰੀਆ ਸੁਪਰਵਾਈਜ਼ਰ ਦੀ ਹੁੰਦੀ ਹੈ। ਪਬਲਿਕ ਏਰੀਆ ਸੁਪਰਵਾਈਜ਼ਰ ਤੋਂ ਬਾਅਦ ਜੋ ਅਗਲਾ ਸੁਪਰਵਾਈਜ਼ਰ ਹੁੰਦਾ ਹੈ ਇਹ ਹੈ ਨਾਈਟ ਸੁਪਰਵਾਈਜ਼ਰ। ਇਹ ਰਾਤ ਦੇ ਸਮੇਂ ਗੈਸਟ ਸਪਲਾਈਜ਼ ਦਾ ਪੂਰਾ ਖਿਆਲ ਰੱਖਦਾ ਹੈ ਜਿਵੇਂ ਕਿ ਪਾਣੀ, ਐਕਸਟਰਾ ਬੈੱਡ, ਪੱਖੇ ਅਤੇ ਟਾਵਲ ਆਦਿ, ਅਤੇ ਇਹ ਰਾਤ ਦੇ ਸਮੇਂ ਜੋ ਆਪਰੇਟਿੰਗ ਸਟਾਫ ਹੈ ਉਹਨਾਂ ਦੇ ਕਲੀਨਿੰਗ ਜਿਹੜੇ ਸਟੈਂਡਰਡਸ ਹੈ ਉਹਨਾਂ ਨੂੰ ਇਨਸ਼ੋਰ ਕਰਦਾ ਹੈ ਅਤੇ ਇਸ ਗੱਲ ਦੀ ਵੀ ਸੁਪਰਵਿਜ਼ਨ ਕਰਦਾ ਹੈ ਕਿ ਹੋਟਲ ਏਰੀਆ ਰਾਤ ਦੇ ਸਮੇਂ ਪੂਰਾ ਸਾਫ ਸਫਾਈ ਦੇ ਨਾਲ ਸਾਫ ਰੱਖਿਆ ਗਿਆ ਹੈ। ਇਸ ਤੋਂ ਬਾਅਦ ਜੋ ਸੁਪਰਵਾਈਜ਼ਰ ਹੁੰਦਾ ਹੈ ਉਹ ਹੈ ਯੂਨੀਫਾਰਮ ਰੂਮ ਸੁਪਰਵਾਈਜ਼ਰ। ਇਹਦਾ ਮੁੱਖ ਕੰਮ ਹੈ
एक है ਜਿਹੜੀਆਂ ਹੋਟਲ ਸਟਾਫਸ ਦੀਆਂ ਜਿਹੜੀਆਂ ਯੂਨੀਫਾਰਮ ਹੈ ਉਹ ਸਾਫ਼ ਅਤੇ ਚੰਗੀ ਤਰ੍ਹਾਂ ਆਇਰਨ ਕੀਤੀਆਂ ਹੋਈਆਂ ਉਹਨਾਂ ਨੂੰ ਪ੍ਰੋਵਾਈਡ ਕਰਦਾ ਹੈ ਅਤੇ ਖਰੀਦੀਆਂ ਜਾਣ ਵਾਲੀਆਂ ਯੂਨੀਫਾਰਮ ਦੀ ਲੋੜ ਨੂੰ ਅੱਗੇ ਸੁਝਾਅ ਦਿੰਦਾ ਹੈ ਅਤੇ ਜੋ ਟੇਲਰ ਰੂਮ ਤੋਂ ਜੋ ਰਿਪੇਅਰ ਹੋ ਕੇ ਲਿਨਨ ਆਇਆ ਹੈ ਉਹਦੀ ਚੈਕਿੰਗ ਕਰਦਾ ਹੈ ਅਤੇ ਹਰ ਇੱਕ ਜੋ ਯੂਨੀਫਾਰਮ ਹੈ ਉਹਨਾਂ ਦੀ ਗਿਣਤੀ ਦਾ ਵੀ ਖਿਆਲ ਰੱਖਦਾ ਹੈ। ਸੁਪਰਵਾਈਜ਼ਰਸ ਤੋਂ ਬਾਅਦ ਜੋ ਅਗਲੇ ਆਉਂਦਾ ਹੈ ਉਹ ਹੈ ਗੈਸਟ ਰੂਮ ਅਟੈਂਡੈਂਟ। ਗੈਸਟ ਰੂਮ ਅਟੈਂਡੈਂਟ ਜੋ ਹੈ ਇਹ ਫਲੋਰ ਸੁਪਰਵਾਈਜ਼ਰ ਨੂੰ ਰਿਪੋਰਟ ਕਰਦਾ ਹੈ ਅਤੇ ਇਹਦੇ ਜਿਹੜੇ ਮੁੱਖ ਕੰਮ ਹੈ ਉਹ ਗੈਸਟ ਰੂਮ, ਗੈਸਟ ਬਾਥਰੂਮ ਅਤੇ ਕੋਰੀਡੋਰਸ ਦੀ ਕਲੀਨਿੰਗ ਦਾ ਹੁੰਦਾ ਹੈ ਅਤੇ ਗੈਸਟ ਰੂਮ ਅਤੇ ਉਹਨਾਂ ਦੇ ਬਾਥਰੂਮ ਦੀ ਜਿਹੜੇ ਲਿਨਨ ਹੈ ਉਹਨਾਂ ਨੂੰ ਚੇਂਜ ਕਰਨਾ ਹੁੰਦਾ ਹੈ। ਗੈਸਟ ਸਪਲਾਈਜ਼ ਨੂੰ ਫਿਰ ਤੋਂ ਟੋਪ ਅਪ ਕਰਦਾ ਹੈ ਅਤੇ ਗੈਸਟ ਦੇ ਜਿਹੜੇ ਬੈੱਡ ਹੈ ਉਹਨਾਂ ਨੂੰ ਅਗਲੀ ਯੂਜ਼ ਵਾਸਤੇ ਤਿਆਰ ਕਰਦਾ ਹੈ। ਅੱਗੇ ਜੋ ਹੈ ਉਹ ਆਉਂਦਾ ਹੈ ਸਟੋਰ ਕੀਪਰ। ਸਟੋਰ ਕੀਪਰ ਫਲੋਰ ਸੁਪਰਵਾਈਜ਼ਰ ਨੂੰ ਰਿਪੋਰਟ ਕਰਦਾ ਹੈ ਅਤੇ ਹਰ ਇੱਕ ਜੋ ਕਲੀਨਿੰਗ ਇਕਵਿਪਮੈਂਟ ਹੈ ਅਤੇ ਜਿਵੇਂ ਕਿ ਕਲੀਨਰਸ ਅਤੇ ਡਿਟਰਜੈਂਟਸ ਉਹਨਾਂ ਦੀ ਗਿਣਤੀ ਦਾ ਖਿਆਲ ਰੱਖਦਾ ਹੈ ਅਤੇ ਜੋ ਸਮਾਨ ਖਤਮ ਹੋ ਰਿਹਾ ਹੈ ਉਹਨਾਂ ਦੀ ਰਿਕੁਇਜ਼ੀਸ਼ਨ ਜੋ ਹੈ ਜਨਰੇਟ ਕਰਦਾ ਹੈ। ਸਟੋਰ ਕੀਪਰ ਤੋਂ ਬਾਅਦ ਪਬਲਿਕ ਏਰੀਆ ਅਟੈਂਡੈਂਟਸ ਆਉਂਦੇ ਹਨ। ਪਬਲਿਕ ਏਰੀਆ ਅਟੈਂਡੈਂਟ ਜੋ ਹੈ ਪਬਲਿਕ ਏਰੀਆ ਸੁਪਰਵਾਈਜ਼ਰ ਨੂੰ ਰਿਪੋਰਟ ਕਰਦਾ ਹੈ ਅਤੇ ਇਹਦੀ ਮੁੱਖ ਜ਼ਿੰਮੇਵਾਰੀ ਪਾਰਕਿੰਗ ਏਰੀਆ, ਲੋਬੀਜ਼, ਗੈਸਟ ਰੂਮ, ਲਿਫਟ ਅਤੇ ਕੋਰੀਡੋਰਸ ਨੂੰ ਸਾਫ਼ ਸੁਥਰਾ ਰੱਖਣਾ ਹੁੰਦਾ ਹੈ ਅਤੇ ਇਸ ਗੱਲ ਦਾ ਮੁੱਖ ਖਿਆਲ ਰੱਖਦਾ ਹੈ ਕਿ ਇਹ ਜਗ੍ਹਾਵਾਂ ਬਦਬੂ ਰਹਿਤ ਅਤੇ ਸਾਫ਼ ਹੋਣ। ਲਾਸਟ ਦੇ ਵਿੱਚ ਜੋ ਹੁੰਦਾ ਹੈ ਉਹ ਹੈ ਨਾਈਟ ਸ਼ਿਫਟ ਅਟੈਂਡੈਂਟ। ਨਾਈਟ ਸ਼ਿਫਟ ਅਟੈਂਡੈਂਟ ਨਾਈਟ ਸੁਪਰਵਾਈਜ਼ਰ ਨੂੰ ਕਿਸੇ ਵੀ ਤਰ੍ਹਾਂ ਦੀ ਸੇਫਟੀ ਇਸ਼ੂ ਨੂੰ ਲੈ ਕੇ ਰਿਪੋਰਟ ਕਰਦਾ ਹੈ ਅਤੇ ਰਾਤ ਦੇ ਸਮੇਂ ਹਾਊਸਕੀਪਿੰਗ ਡਿਊਟੀਜ਼ ਨਿਭਾਉਂਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਪਿਆਰੇ ਵਿਦਿਆਰਥੀਓ ਕਿ ਤੁਸੀਂ ਅੱਜ ਦੀ ਇਸ ਇੰਡਸਟਰੀਅਲ ਵਿਜ਼ਿਟ ਦੇ ਵਿੱਚੋਂ ਜ਼ਰੂਰ ਕੁਝ ਨਾ ਕੁਝ ਸਿੱਖਿਆ ਹੋਵੇਗਾ ਅਤੇ ਜਲਦੀ ਹੀ ਅਸੀਂ ਫਿਰ ਤੋਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਜਲਦੀ ਹੀ ਮਿਲਾਂਗੇ।